स्टूडेंट्स राजे आप 9th चैप्टर ਦੇ ਵਿੱਚ ਇਨਹੈਰੀਟਡ ਟ੍ਰੇਟਸ ਬਾਰੇ ਪੜ੍ਹਦੇ ਸੀ। ਉਹਦੇ ਵਿੱਚ ਆਪਾਂ ਪੜ੍ਹਿਆ ਸੀ ਮੈਂਡਲ ਦੀ ਕੰਟਰੀਬਿਊਸ਼ਨ ਦੇ ਅੰਡਰ ਲਾ ਆਫ ਸੈਗਰੀਗੇਸ਼ਨ ਔਰ ਲਾ ਆਫ ਡੋਮੀਨੈਂਸ, ਜਿਹਦੇ 'ਚ ਆਪਾਂ ਇਹ ਕਿਹਾ ਸੀਗਾ ਕਿ ਮੈਂਡਲ ਨੇ ਪ੍ਰੂਫ ਕੀਤਾ ਸੀਗਾ ਕਿ ਕਿਸੇ ਵੀ ਆਰਗੇਨਿਜ਼ਮ ਦੇ ਵਿੱਚ ਮੇਨਲੀ ਉਹਨੇ ਪਲਾਂਟ ਦੀ ਐਗਜ਼ਾਮਪਲ ਲਈ ਸੀਗੀ, ਐਨੀਮਲਸ ਵੀ ਸੇਮ ਹੀ ਹੁੰਦਾ ਵਾ, ਜਿਹੜੇ ਸੈਕਸ਼ੂਅਲ ਰੀਪਰੋਡਕਸ਼ਨ ਕਰਦੇ ਨੇ ਉਹਨਾਂ ਦੇ ਵਿੱਚ ਜਿਹੜੇ ਜੀਨ ਹੁੰਦੇ ਆ, ਅਗਰ ਉਹਨਾਂ ਦੇ ਵਿੱਚੋਂ ਕੋਈ ਜੀਨ ਡੋਮੀਨੈਂਟ ਆ ਤਾਂ ਉਹ ਆਪਣਾ ਇਫੈਕਟ ਨੈਕਸਟ ਜਨਰੇਸ਼ਨ ਦੇ ਵਿੱਚ ਜਾ ਕੇ ਸ਼ੋਅ ਕਰਦਾ ਐਜ਼ ਅ ਡੋਮੀਨੈਂਟ। ਰਿਸੈਸਿਵ ਕਰੈਕਟਰ ਸ਼ੋਅ ਨਹੀਂ ਹੁੰਦੇ। ਰਿਸੈਸਿਵ ਕਰੈਕਟਰ ਸਿਰਫ ਉਦੋਂ ਹੀ ਸ਼ੋਅ ਹੁੰਦੇ ਆ ਜਦੋਂ ਉਹ ਦੋਨੇ ਪੇਅਰ ਦੇ ਵਿੱਚ ਮਿਲਦੇ ਆ। ਪੇਅਰ ਦੇ ਵਿੱਚ ਮੀਨਸ ਕਿ ਰਿਸੈਸਿਵ ਕਰੈਕਟਰ ਜਦੋਂ ਹੋਮੋਜ਼ਾਈਗਸ ਕੰਡੀਸ਼ਨ ਦੇ ਵਿੱਚ ਹੋਣ, ਅਗਰ ਇਹ ਜਿਹੜੇ ਜੀਨ ਆ ਹੈਟਰੋਜ਼ਾਈਗਸ ਕੰਡੀਸ਼ਨ 'ਚ ਹੋਣ ਮੀਨਸ ਮਿਕਸ ਹੋਣ ਕਿ ਜਿੱਦਾਂ ਇੱਕ ਡੋਮੀਨੈਂਟ ਇੱਕ ਰਿਸੈਸਿਵ, ਦੈਨ ਆਲਵੇਜ਼ ਇਫੈਕਟ ਸ਼ੋਅ ਕਿਹਦਾ ਹੋਊਗਾ? ਡੋਮੀਨੈਂਟ ਵਾਲੇ ਦਾ। ठीक है जी। तो ये नाल ही रिलेटेड अपना अगला जो टॉपिक आ वो है अज का, हाउ डू दीज ट्रेट्स गैट एक्सप्रैसड। ਆਪਾਂ ਕਿਹਾ ਸੀ ਨਾ ਕਿ ਡੋਮੀਨੈਂਟ ਟ੍ਰੇਟਸ ਨੇ ਜਿਹੜੇ ਕਰੈਕਟਰ ਨੇ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਆ। ਐਕਸਪ੍ਰੈਸ ਮੀਨਸ ਸ਼ੋ ਆਫ ਕਰਦੇ ਨੇ, ਬਟ ਕਿਵੇਂ ਕਰਦੇ ਨੇ ਅੱਜ ਆਪਾਂ ਇਹ ਪੜ੍ਹਨਾ। ਕਹਿੰਦੇ ਹਾਊ ਡਜ਼ ਦ ਮੈਕੈਨਿਜ਼ਮ ਆਫ ਹੈਰੀਡਿਟੀ ਵਰਕ। ਸੈਲੂਲਰ DNA ਇਜ਼ ਦ ਇਨਫੋਰਮੇਸ਼ਨ ਸੋਰਸ ਫॉर ਮੇਕਿੰਗ ਪ੍ਰੋਟੀਨ ਇਨ ਦ ਸੈਲ। ਅ ਸੈਕਸ਼ਨ ਆਫ DNA that provides information for one protein is called gene for that ਪ੍ਰੋਟੀਨ। ਹੁਣ ਰਾਜੇ ਮੇਨ ਚੀਜ਼ ਆ ਜਿਹੜਾ ਆਪਣੇ ਕੋਲ DNA ਹੁੰਦਾ, DNA ਇਨਫੋਰਮੇਸ਼ਨ ਅੱਗੇ ਲੈ ਕੇ ਜਾਂਦਾ ਵਾ, ਤੇ ਪਰ DNA ਕੋਲ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਉਹਨੂੰ ਇਨਫੋਰਮੇਸ਼ਨ ਨੂੰ ਅੱਗੇ ਭੇਜਣ 'ਚ ਹੈਲਪ ਕਰਦੀ ਹੈ? ਦੈਟ ਇਜ਼ ਦਾ ਪ੍ਰੋਟੀਨ। ਉਹ ਪ੍ਰੋਟੀਨ ਦੇ ਵਿੱਚ ਕੀ ਹੁੰਦੇ ਨੇ? ਆਪਾਂ ਜੀਨ ਕਹਿ ਦਿੰਦੇ ਹਾਂ ਉਹਨਾਂ ਨੂੰ। ਹਾਊ ਡੂ ਪ੍ਰੋਟੀਨਸ ਕੰਟਰੋਲ ਦ ਕਰੈਕਟਰਿਸਟਿਕਸ ਦੈਟ ਵੀ ਡਿਸਕਸਡ ਹੇਅਰ। ਲੈਟ ਅਸ ਟੇਕ ਦ ਐਗਜ਼ਾਮਪਲ ਆਫ ਦ ਟਾਲਨੈਸ ਐਜ਼ ਅ ਕਰੈਕਟਰ। ਵੀ ਨੋ ਦੈਟ plants have hormones that can trigger growth. Plant height can thus depend on the amount of a particular plant hormone. The amount of the plant hormone made will depend on the efficiency of the process for making it. Consider now an enzyme that is important for this process. ਰਾਜੀ ਦੇਖੋ ਕਹਿੰਦੇ ਜਿਹੜੀਆਂ ਪ੍ਰੋਟੀਨਸ ਹੁੰਦੀਆਂ ਵਾ ਜਾਂ ਜੀਨ ਹੁੰਦੀਆਂ ਉਹ ਕੀ ਕਰਦੀਆਂ? ਕਿਸੇ ਵੀ ਕਰੈਕਟਰ ਨੂੰ ਕੰਟਰੋਲ ਕਰਨ 'ਚ ਹੈਲਪ ਕਰਦੀਆਂ। ਇਹ ਡਿਪੈਂਡ ਕਰਦਾ ਕਿ ਕੋਈ ਪਲਾਂਟ ਹਾਰਮੋਨ ਆ ਜਿਹੜਾ ਉਹ ਕਿੰਨਾ ਬਣਾਉਂਦਾ, ਕਿਉਂਕਿ ਹਾਰਮੋਨ ਵੀ ਪ੍ਰੋਟੀਨ ਦੀ ਟਾਈਪ ਹੁੰਦੀਆਂ ਵਾ। ਠੀਕ ਹੈ ਜੀ। ਤਾਂ ਇਹ ਡਿਪੈਂਡ ਕਰਦਾ ਪਲਾਂਟ ਦੀ ਐਫੀਸ਼ੀਐਂਸੀ ਦੇ ਉੱਪਰ ਕਿ ਕੋਈ ਪਲਾਂਟ ਕਿੰਨੀ ਪ੍ਰੋਟੀਨਸ ਬਣਾਉਂਦਾ ਵਾ ਤੇ ਉਹ ਪ੍ਰੋਟੀਨਸ DNA ਨੂੰ ਕਿਵੇਂ ਐਕਸਪ੍ਰੈਸ ਕਰਨਗੇ। ਠੀਕ ਹੈ ਜੀ। ਇਸ ਤੋਂ ਬਾਅਦ ਕਹਿੰਦੇ if this enzyme works efficiently a lot of hormone will be made and the plant will be tall. If the gene for that enzyme has an alteration that makes the enzyme less efficient, the amount of hormone will be less and plant will be short. ਹੁਣ ਅਗਰ ਕਹਿੰਦੇ ਕੋਈ ਜੀਨ ਆ ਉਹ ਜੀਨ ਪ੍ਰੋਪਰ ਪ੍ਰੋਟੀਨਸ ਨਹੀਂ ਬਣਾ ਰਿਹਾ, ਦੈਨ ਉਹਦੇ ਨਾਲ ਉਸ ਪ੍ਰੋਟੀਨ ਦੇ ਨਾਲ ਐਨਜ਼ਾਈਮ ਵੀ ਪ੍ਰੋਪਰ ਨਹੀਂ ਬਣੂਗਾ, ਦੈਨ ਪਲਾਂਟ ਦੀ ਗਰੋਥ ਪ੍ਰੋਪਰ ਨਾ ਹੋ ਕੇ ਪਲਾਂਟ ਕੀ ਰਹਿ ਜਾਊਗਾ? ਸ਼ਾਰਟ ਰਹਿ ਜਾਊਗਾ। ਦਸ ਆਪਾਂ ਕਹਿ ਸਕਦੇ ਹਾਂ ਜੀਨ ਕੰਟਰੋਲ ਕਰੈਕਟਰਿਸਟਿਕਸ ਔਰ ਆ ਟ੍ਰੇਟ। ਤਾਂ ਪੂਰੀ ਦੀ ਪੂਰੀ ਗੱਲ ਕਿੱਥੇ ਆ ਕੇ ਮੁੱਕਦੀ ਆ? ਕੌਣ ਕੰਟਰੋਲ ਕਰਦਾ ਕਰੈਕਟਰ ਨੂੰ? ਜੀਨ। ਤੇ ਜੀਨ ਦੀ ਹੈਲਪ ਕੌਣ ਕਰਦੇ ਨੇ? ਪ੍ਰੋਟੀਨਸ। ਓਕੇ, ਐਕਸਪ੍ਰੈਸ ਕਰਨ ਦੇ ਵਿੱਚ ਹੈਲਪ ਕਰਦੀਆਂ ਵਾ ਪ੍ਰੋਟੀਨਸ। ਉਸ ਤੋਂ ਬਾਅਦ ਆ ਕਹਿੰਦੇ in the interpretation of Mendel's experiment we have been discussed are correct, then both parents must contribute equally to the DNA of the progeny during sexual reproduction. We have discussed this issue in the previous chapter. If both parents can help determine the trait in the progeny, both parents must be contributing a copy of the same gene. This means that each pea plant must have two sets of all the genes, one inherited from each parent. For this mechanism to work, each germ cell must have only one gene set. ਉਹ ਕਹਿੰਦੇ ਰਾਜੀ ਆਪਾਂ ਜਿੱਦਾਂ ਪਹਿਲਾਂ ਹੀ ਪੜ੍ਹਿਆ ਸੀ ਸੈਕਸ਼ੂਅਲ ਰੀਪਰੋਡਕਸ਼ਨ ਦੇ ਟਾਈਮ 'ਤੇ ਕੀ ਹੁੰਦਾ ਵਾ? ਦੋਨੋਂ ਪੇਰੈਂਟਸ ਇਨਵੋਲਵ ਹੁੰਦੇ ਨੇ, ਦੈਨ ਜਿਹੜਾ DNA ਆ ਉਹ ਇਕੁਅਲ ਕੰਟਰੀਬਿਊਟ ਹੋਵੇ ਤਾਂ ਆਪਾਂ ਕਹਿੰਦੇ ਹਾਂ DNA ਦੇ ਕੋਲ ਇੱਕ ਜੀਨ ਹੋਣ ਦੀ ਬਜਾਏ ਜੀਨ ਦਾ ਸੈੱਟ ਹੁੰਦਾ ਜਿਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਐਲੀਲ। ਠੀਕ ਆ ਜੀ। ਇੱਕ ਜੀਨ ਆ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਕਹਿੰਦੇ ਹਾਂ ਟਾਲਨੈਸ ਵਾਸਤੇ T ਜੀਨ ਆ। T ਜੀਨ ਕਦੇ ਇਕੱਲਾ ਨਹੀਂ ਹੋਊਗਾ, ਆਲਵੇਜ਼ ਕੀ ਹੋਣਗੇ? ਇਹ ਪੇਅਰ 'ਚ ਮਿਲਦੇ ਆ, ਕਿਉਂਕਿ ਜਦੋਂ ਸੈਕਸ਼ੂਅਲ ਰੀਪਰੋਡਕਸ਼ਨ ਹੋਣੀ ਹੈ ਇੱਕ ਜੀਨ ਫਿਰ ਪੇਰੈਂਟਸ ਦੇ ਵਿੱਚ ਜਾਂਦਾ, ਜਿੱਦਾਂ ਮੇਲ ਪੇਰੈਂਟ 'ਚੋਂ ਇੱਕ ਜਾਊਗਾ ਫੀਮੇਲ ਪੇਰੈਂਟ ਤੋਂ। ਇਹ ਤੁਸੀਂ ਜਿੱਦਾਂ 8th ਚੈਪਟਰ 'ਚ ਸੈਕਸ ਡਿਟਰਮੀਨੇਸ਼ਨ ਵਾਲੇ ਟੌਪਿਕ 'ਚ ਆਲਰੇਡੀ ਸਮਝਿਆ ਹੋਇਆ। ਹਾਊ ਡੂ ਜਰਮ ਸੈਲ ਮੇਕ ਅ ਸਿੰਗਲ ਸੈਟ ਆਫ ਜੀਨ ਫॉर ਦ ਨੋਰਮਲ 2 ਕਾਪੀਜ਼ ਦੈਟ ਆਲ ਅਦਰ cells in the body have? If a progeny plant inherited a single whole gene set
from each parent, then the experiment inherited as a single whole gene set for each parent. This is because two characteristics R and Y would then be linked to each other and cannot be independently inherited. ਇਹਦੇ 'ਚ ਦੇਖੋ ਰਾਜੋ ਕਹਿੰਦੇ ਜੇ ਆਪਾਂ ਗੱਲ ਕਰੀਏ ਵੀ ਇੱਕ ਸਿੰਗਲ ਜੀਨ ਆ ਉਹੀ ਇਨਹੈਰੀਟਡ ਹੁੰਦਾ ਬਟ ਕੀ ਸਮਟਾਈਮਸ ਦੋ ਕਰੈਕਟਰਸ ਨੇ ਜਿਹੜੇ ਉਹ ਇਕੱਠੇ ਮਿਕਸ ਹੋਏ ਹੁੰਦੇ ਨੇ ਤਾਂ ਉਹ ਕੀ ਆ ਇੰਡੀਪੈਂਡੈਂਟਲੀ ਅੱਗੇ ਨਹੀਂ ਜਾ ਸਕਦੇ ਐਜ਼ ਆ ਸਿੰਗਲ ਕਰੈਕਟਰ ਹੀ ਅੱਗੇ ਜਾਣਗੇ ਦਿਸ ਇਜ਼ ਐਕਸਪਲੇਨਡ ਬਾਈ ਦ ਫੈਕਟ ਦੈਟ each gene set is present not as a single long thread of DNA but as a separate independent piece each called a chromosome. ਹੁਣ DNA ਰਾਜੇ ਕਹਿੰਦੇ ਪੀਸਿਸ ਦੇ ਵਿੱਚ ਜਾਂਦਾ ਅੱਗੇ DNA ਦਾ ਜਿਹੜਾ ਥ੍ਰੈਡ ਆ ਉਸ ਛੋਟੇ ਜਿਹੇ ਪੀਸ ਨੂੰ ਕੀ ਬੋਲ ਦਿੰਦੇ ਆ ਆਪਾਂ ਕ੍ਰੋਮੋਸੋਮ ਇਹ ਦੇਖੋ ਆ ਮੈਂ ਕ੍ਰੋਮੋਸੋਮ ਡਰਾ ਕੀਤਾ ਇੱਥੇ thus each cell will have two copies of each chromosome one each from the male and female parent. Every germ cell will take one chromosome from each pair and these may be either maternal or paternal origin. When two germ cells combine, they will restore the normal number of chromosomes in the progeny, ensuring the stability of DNA of the species. Such a mechanism of inheritance explains the result of Mendel's experiment and is used by all sexually reproducing organism. ਦੇਖੋ ਰਾਜੇ ਇਹ ਜਿਹੜਾ ਫਿਨੋਮੀਨਾ ਇਹ 'ਚ ਕੀ ਕਿਹਾ ਉਹਨਾਂ ਨੇ ਕਿ ਆਲਵੇਜ਼ ਆ ਜਿਹੜੇ ਇਹ ਜੀਨਸ ਨੇ ਸੈੱਟ 'ਚ ਮਿਲਦੇ ਨੇ ਦੈਟ ਮੀਨਸ ਪੇਅਰ 'ਚ ਮਿਲਦੇ ਨੇ ਕਿ ਜਦੋਂ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਆ ਇੱਕ ਜੀਨ ਦਾ ਸੈੱਟ ਜਿਹਨੂੰ ਆਪਾਂ ਇੱਕ ਕ੍ਰੋਮੋਸੋਮ ਕਹਿੰਦੇ ਆ ਇੱਕ ਪੇਰੈਂਟ ਤੋਂ ਜਾਂਦਾ ਚਾਹੇ ਉਹ ਪੇਰੈਂਟ ਕੋਈ ਵੀ ਹੋਵੇ ਦੈਨ ਅੱਗੇ ਜਾ ਕੇ ਪ੍ਰੋਜਨੀ 'ਚੋਂ ਫਿਰ ਕੀ ਹੋ ਜਾਂਦੇ ਨੇ ਡਬਲ ਹੋ ਜਾਂਦੇ ਨੇ ਜੋ ਕਿ ਨੋਰਮਲ ਆ ਠੀਕ ਆ ਕਿਉਂਕਿ ਇਹ ਮੰਨ ਲਓ ਫੀਮੇਲ ਪੇਰੈਂਟ ਸੀ ਇੱਕ ਮੇਲ ਪੇਰੈਂਟ 'ਚੋਂ ਵੀ ਆਊ ਇੱਕ ਉਹਨਾਂ ਦੇ ਕੋਲ ਹੀ ਰਹਿ ਜਾਊਗਾ ਇਹ ਸਾਰੇ ਦੇ ਸਾਰੇ ਸੈਕਸ਼ੂਅਲ ਰੀਪਰੋਡਿਊਸਿੰਗ ਆਰਗੈਨਿਜ਼ਮਸ ਦੇ ਵਾਸਤੇ ਇਹੀ ਫਿਨੋਮੀਨਾ ਚਾਹੇ ਉਹ ਪਲਾਂਟ ਆ ਤੇ ਚਾਹੇ ਉਹ ਐਨੀਮਲਸ ਆ ਕਹਿੰਦੇ ਬਟ ਇਹ ਸੈਕਸ਼ੂਅਲ ਰੀਪਰੋਡਿਊਸਿੰਗ ਆਰਗੈਨਿਜ਼ਮ ਆ ਸੇਮ ਰੂਲ ਫੋਲੋ ਕਰਦੇ ਆ ਇਨਹੈਰੀਟੈਂਸ ਦਾ ਬਟ ਉਹਦੇ ਵਿੱਚ ਕੀ ਆ ਕ੍ਰੋਮੋਸੋਮਸ ਨੇ ਨੰਬਰ ਹਾਫ ਨਹੀਂ ਹੁੰਦਾ ਐਜ਼ ਇਟ ਇਜ਼ DNA ਦਾ ਸੈਗਮੈਂਟ ਹੀ ਅੱਗੇ ਪਾਸ ਹੋ ਜਾਂਦਾ